ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ, ਯੂਰਪ, ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ, ਦਰਸ਼ਕਾਂ ਦਾ ਬਿਹਾਈਂਡ ਦਾ ਹੈਡਲਾਈਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ ਜੀ। ਇਹ ਪ੍ਰੋਗਰਾਮ ਕਿਉਂਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਦਿਨ ਬ ਦਿਨ ਕੋਈ ਨਵਾਂ ਮੋੜ ਆਉਂਦਾ ਹੈ, ਉਸ ਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਕੀਤੀਆਂ ਜਾਂਦੀਆਂ ਨੇ। ਸੋ ਸਾਡੇ ਨਾਲ ਜੁੜੇ ਨੇ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਗਿੱਲ ਅਤੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਪੱਟੀ। ਅੱਜ ਦਾ ਜਿਹੜਾ ਮੁੱਦਾ ਹੈ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਸਰਦਾਰ ਰਤਨ ਸਿੰਘ ਜੀ ਅਜਨਾਲਾ, ਸੁੱਚਾ ਸਿੰਘ ਜੀ ਸੇਖਵਾਂ, ਰਣਜੀਤ ਸਿੰਘ ਜੀ ਬ੍ਰਹਮਪੁਰਾ ਤੇ ਹੋਰ ਅਕਾਲੀ ਦਲ ਦੇ ਵਿੱਚੋਂ ਕੱਢੇ ਜਾ ਚੁੱਕੇ ਹਨ 6-6 ਸਾਲ ਵਾਸਤੇ। ਤੋ ਉਹ ਵਿਚਾਰਨ ਵਾਸਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਪੇਸ਼ ਹੋਏ ਹਾਂ। ਸੋ ਆਓ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂ ਸਰਦਾਰ ਹਰਿੰਦਰ ਸਿੰਘ ਜੀ। ਹਰਿੰਦਰ ਸਿੰਘ ਜੀ, ਕੀ ਇਹ ਮੁੱਦਾ ਸਾਰਾ ਤੇ ਕੀ ਇਹ ਮਾਮਲਾ ਜਿਹੜਾ ਅੱਜ ਕੱਲ ਬਹੁਤ ਭਖਿਆ ਹੋਇਆ, ਕੀ ਇਸ ਮਾਮਲੇ ਤੇ ਤੁਸੀਂ ਗੱਲਬਾਤ ਕੀ ਕਰੋਗੇ? ਦੇਖੋ ਜੀ, ਮਾਮਲਾ ਜਿਹੜਾ ਆ ਇਹ ਸਮੁੱਚੀ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਪੰਜਾਬੀ ਲੋਕ ਨੇ ਉਹ ਜਾਣਦੇ ਨੇ ਕਿ ਜਿਹੜੇ ਟਕਸਾਲੀ ਅਕਾਲੀ ਆਗੂ ਨੇ ਉਹਨਾਂ ਨੇ ਕਿਉਂ ਇਹਨਾਂ ਦੇ ਵਿਰੋਧ ਦੇ ਵਿੱਚ ਆ ਕੇ ਗੱਲ ਕੀਤੀ ਆ। ਉਹ ਇਸ ਕਰਕੇ ਕੀਤੀ ਆ, ਉਹਨਾਂ ਦਾ ਕਹਿਣਾ ਆ ਕਿ ਜੋ ਬੇਅਦਬੀ ਹੋਈ ਆ ਉਸ ਸਮੇਂ ਸਰਕਾਰ ਸੀਗੀ ਪਰ ਇਹ ਨਾਕਾਮਯਾਬ ਰਹੇ ਆ। ਜਿਹੜੀ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਆ, ਜਥੇਦਾਰਾਂ ਨੂੰ ਆਪਣੇ ਘਰ ਤਲਬ ਕੀਤਾ ਗਿਆ, ਘਰ ਬੁਲਾਇਆ ਗਿਆ ਆ ਤੇ ਇਹਨਾਂ ਦੇ ਕਹਿਣ ਦੇ ਉੱਤੇ ਜੋ ਕੁਝ ਹੋਇਆ ਆ ਉਸ ਚੀਜ਼ ਨੂੰ ਮੁੱਖ ਰੱਖਦੇ ਹੋਇਆ ਇਹਨਾਂ ਨੇ ਅਜੇ ਤੱਕ ਸਿੱਖ ਭਾਈਚਾਰੇ ਦੇ ਕੋਲੋਂ, ਸਿੱਖ ਕੌਮ ਦੇ ਕੋਲੋਂ ਮਾਫੀ ਜਿਹੜੀ ਆ ਉਹ ਨਹੀਂ ਮੰਗੀ। ਸੋ ਇਸ ਚੀਜ਼ ਨੂੰ ਲੈ ਕੇ ਵੀ ਜਿਹੜੀ ਗੱਲ ਆ ਉਹ ਚੱਲੀ ਆ। ਉਸ ਤੇ ਬਾਅਦ ਦੇ ਵਿੱਚ ਗੱਲ ਕਰਾਂ ਤਾਂ ਅਕਾਲੀ ਦਲ ਜਿਹੜਾ ਆ ਪਿਛਲੀ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਆ ਉਹ ਬੁਰੀ ਤਰ੍ਹਾਂ ਦੇ ਨਾਲ ਹਾਰਿਆ ਆ ਤੇ ਸੁਖਬੀਰ ਬਾਦਲ ਜਿਹੜੇ ਆ ਉਹਨਾਂ ਨੇ ਆਪਣੀ ਪ੍ਰਧਾਨਗੀ ਉਸੇ ਤਰ੍ਹਾਂ ਹੀ ਬਰਕਰਾਰ ਰੱਖੀ ਆ, ਕਿਉਂਕਿ ਜਦੋਂ ਵੀ ਪਾਰਟੀ ਜਿਹੜੀ ਆ ਉਹ ਹਾਰਦੀ ਆ, ਬੁਰੀ ਤਰ੍ਹਾਂ ਹਾਰਦੀ ਆ, ਤਾਂ ਅਸਤੀਫਾ ਜਿਹੜਾ ਆ ਉਹ ਪ੍ਰਧਾਨ ਨੈਤਿਕਤਾ ਦੇ ਆਧਾਰ ਦੇ ਉੱਤੇ ਦੇ ਦਿੰਦਾ ਆ ਕਿ ਮੇਰੀ ਰਹਿਨਮਾਈ ਦੇ ਹੇਠ ਜੋ ਕੁਝ ਪਲਾਨ ਹੋਇਆ ਸੀਗਾ ਉਸ ਹਿਸਾਬ ਦੇ ਨਾਲ ਪਾਰਟੀ ਜਿਹੜੀ ਆ ਉਹ ਪਰਫਾਰਮ ਨਹੀਂ ਕਰ ਸਕੀ। ਸੋ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦੀ ਪਾਰਟੀ ਚੱਲਦੀ ਆ, ਪੁਰਾਣੇ ਆਗੂਆਂ ਨੂੰ ਪੁੱਛਿਆ ਨਹੀਂ ਜਾ ਰਿਹਾ ਤੇ ਨਾ ਉਹਨਾਂ ਦੀ ਗੱਲ ਜਿਹੜੀ ਆ ਉਹ ਮੰਨੀ ਜਾਂਦੀ ਆ। ਤੇ ਉਹਨਾਂ ਨੇ ਇਹ ਵੀ ਕਿਹਾ ਬ੍ਰਹਮਪੁਰਾ ਸਾਹਿਬ ਨੇ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਵੀ ਇਸ ਚੀਜ਼ ਦੇ ਉੱਤੇ ਹੱਥ ਖੜੇ ਕਰ ਗਏ ਆ ਕਿ ਮੇਰੀ ਇਹ ਨਹੀਂ ਮੰਨਦੇ। ਸੋ ਇਹ ਗੱਲ ਤਾਂ ਵਿਚਲੀ ਆ ਕਿ ਪਤਾ ਨਹੀਂ ਉਹਨਾਂ ਦੀ ਮੰਨਦੇ ਆ ਜਾਂ ਜਾਣ ਕੇ ਹੀ ਉਹ ਵੀ ਘੇਸਲ ਮਾਰ ਰਹੇ ਆ ਇਸ ਚੀਜ਼ ਦੇ ਉੱਤੇ। ਸੋ ਇਹ ਸਾਰਾ ਮੁੱਦਾ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਸਾਹਮਣੇ ਆਇਆ ਤੇ ਵੱਖ-ਵੱਖ ਤਰ੍ਹਾਂ ਦੀ ਬਿਆਨਬਾਜ਼ੀ ਮਾਝੇ ਦੇ, ਤਰਨਤਾਰਨ ਨਾਲ ਸੰਬੰਧਿਤ, ਅੰਮ੍ਰਿਤਸਰ ਨਾਲ ਸੰਬੰਧਿਤ, ਗੁਰਦਾਸਪੁਰ ਦੇ ਨਾਲ ਸੰਬੰਧਿਤ ਲੀਡਰਾਂ ਨੇ ਜਿਹੜੀ ਕੀਤੀ ਆ ਉਸ ਆਧਾਰ ਤੇ ਸੇਵਾ ਸਿੰਘ ਸ਼ੇਖਵਾਂ ਨੂੰ ਤਾਂ ਪਹਿਲਾਂ ਹੀ ਹਟਾ ਦਿੱਤਾ ਗਿਆ ਸੀਗਾ ਤੇ ਬੀਤਿਆ ਜਿਹੜਾ ਕੱਲ ਆ ਕੋਰ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਹੋਈ ਆ ਅਕਾਲੀ ਦਲ ਬਾਦਲ ਦੀ, ਉਸ ਦੇ ਵਿੱਚ 6 ਸਾਲ ਦੇ ਵਾਸਤੇ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੇ ਪੁੱਤਰ ਨੂੰ ਤੇ ਰਤਨ ਸਿੰਘ ਅਜਨਾਲਾ ਤੇ ਉਹਨਾਂ ਦੇ ਪੁੱਤਰ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਆ। ਸੋ ਇਸ ਦੇ ਨਾਲ ਮੈਂ ਸਮਝਦਾ ਹਾਂ ਕਿ ਮਾਝੇ ਦੇ ਵਿੱਚ ਅਕਾਲੀ ਦਲ ਜਿਹੜਾ ਆ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਆ। ਚਾਹੇ ਕਿ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਕਈ ਤਰ੍ਹਾਂ ਦੇ ਜਿਹੜੇ ਹੋਰ ਹੱਥਕੰਡੇ ਅਪਣਾ ਰਹੇ, ਕਈ ਲੀਡਰਾਂ ਨੂੰ ਖੜਾ ਕਰ ਰਹੇ, ਬ੍ਰਹਮਪੁਰਾ ਦੇ ਭਾਣਜੇ ਨੂੰ ਖੜਾ ਕੀਤਾ ਜਾ ਰਿਹਾ ਆ, ਪਰ ਇੱਕ ਆਧਾਰ ਜਿਹੜਾ ਪੁਰਾਣਾ ਬਣਿਆ ਹੁੰਦਾ ਵਾ ਕਿਸੇ ਲੀਡਰ ਦਾ ਉਸਨੂੰ ਐਡੀ ਜਲਦੀ ਤੋੜਿਆ ਜਿਹੜਾ ਆ ਉਹ ਨਹੀਂ ਜਾਂਦਾ ਤੇ ਉਹ ਤੋੜਨਾ ਮੁਸ਼ਕਲ ਵੀ ਹੁੰਦਾ ਆ। ਇਹੀ ਸਾਰਾ ਮੁੱਦਾ ਆ ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਵੱਖ-ਵੱਖ ਪਾਰਟੀਆਂ ਵੀ ਕਰ ਰਹੀਆਂ ਨੇ ਤੇ ਇਹ ਜਿਹੜੇ ਟਕਸਾਲੀ ਆਗੂ ਆ ਜਿਨ੍ਹਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਆ ਉਹ ਵੀ ਇਸ ਚੀਜ਼ ਨੂੰ ਲੈ ਕੇ ਇਹ ਕਹਿ ਰਹੇ ਆ ਕਿ ਅਸੀਂ ਕੋਈ ਨਵੀਂ ਪਾਰਟੀ ਤਾਂ ਨਹੀਂ ਬਣਾਵਾਂਗੇ ਪਰ ਅਕਾਲੀ ਦਲ ਦੇ ਵਿੱਚੋਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਜੇ ਅਸਤੀਫਾ ਦਿੰਦੇ ਆ ਤਾਂ ਅਸੀਂ ਦੁਬਾਰਾ ਅਕਾਲੀ ਦਲ ਦੇ ਵਿੱਚ ਆ ਸਕਦੇ ਹਾਂ। ਠੀਕ ਹੈ ਜੀ। ਸਰਦਾਰ ਜਸਵੀਰ ਸਿੰਘ ਪੱਟੀ, ਤੁਸੀਂ ਜਿਵੇਂ ਕਿ ਸੁਣਿਆ ਕਿ ਨੈਕਸਟ ਟਾਈਮ ਦੇ ਵਿੱਚ ਜਿਹੜੀਆਂ ਮੈਂਬਰ ਪਾਰਲੀਮੈਂਟ ਚੋਣਾਂ ਜਿਹੜੀਆਂ ਇਲੈਕਸ਼ਨ ਉਹ ਵੀ ਆ ਰਹੀਆਂ ਨੇ ਤੇ ਕਿਸੇ ਸਮੇਂ ਕੁਲਦੀਪ ਸਿੰਘ ਬਡਾਲਾ ਨੂੰ ਵੀ ਜਿਹੜਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀਗਾ ਤੇ ਇਹਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਦਾ ਅਸਰ ਜਿਹੜਾ ਅਕਾਲੀ ਦਲ ਤੇ ਕੀ ਪਏਗਾ ਜਾਂ ਇਹਦਾ ਜਿਹੜਾ ਲਾਭ ਹੈ ਕਾਂਗਰਸ ਨੂੰ ਕੀ ਹੋਏਗਾ? ਵੇਖੋ ਜੀ, ਇਹਦੇ ਵਿੱਚ ਲਾਭ ਤੇ ਦੱਸਾਂ ਕਾਂਗਰਸ ਨੂੰ ਐਸੇ ਲਾਭ ਹੀ ਲਾਭ ਹੈ ਕਿਉਂਕਿ ਦੋ ਮੁੱਖ ਪਾਰਟੀਆਂ ਸੀ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜੀ, ਤੇ ਦੋਵਾਂ ਦੇ ਵਿੱਚ ਜੇ ਰਹਿਮਣ ਪੈ ਗਿਆ ਤੇ ਕਾਂਗਰਸ ਨੂੰ ਲਾਭ ਹੀ ਲਾਭ ਹੈ ਜੀ। ਕਾਂਗਰਸ ਨੇ ਆਪਣੀ ਚਿੜਗਲੀਆਂ ਮਚਾਉਗੀ ਵੀ ਲੜਦੇ ਰਹਿਣ ਤਾਂ ਸਾਡਾ ਕੰਮ ਬਣਦਾ ਰਹੇ ਜੀ। ਹਾਲੀ ਕਿ ਕਾਂਗਰਸ ਦੇ ਕੋਲੋਂ ਵੀ ਪੰਜਾਬ ਦੇ ਵਿਕਾਸ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਠੀਕ ਹੈ ਜੀ, ਕਿਉਂਕਿ ਇੱਕ ਪਾਸੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੀ ਹਰ ਘਰ ਰੁਜ਼ਗਾਰ ਦੇਵਾਂਗੇ, ਦੂਜਾ ਰੁਜ਼ਗਾਰ ਟੀਚਰਾਂ ਕੋਲੋਂ ਖੋਇਆ ਜਾ ਰਿਹਾ ਵਾ।
ਹੁਣ ਆਪਾਂ ਗੱਲ ਕਰਦੇ ਹਾਂ 2019 ਦੀ ਜੀ 2019 ਦੀਆਂ ਚੋਣਾਂ ਜਿਹੜੀਆਂ ਵਾ ਅਕਾਲੀ ਦਲ ਵਾਸਤੇ ਬੜੀਆਂ ਮਹੱਤਵਪੂਰਨ ਆ। ਜੇ ਇਹ ਚੋਣਾਂ ਦੇ ਵਿੱਚ ਆਪਣੀ ਪੂਰੀ ਸਹੀ ਕਾਰਗੁਜ਼ਾਰੀ ਨਹੀਂ ਵਿਖਾਉਂਦੇ ਤੇ ਇਹਨਾਂ ਦੇ ਜਸਵੀਰ ਸਿੰਘ ਜੀ ਮੈਂ 1 ਮਿੰਟ ਤੁਹਾਡੇ ਤੋਂ ਖਿਮਾ ਚਾਹਾਂਗਾ ਕਿਉਂਕਿ ਸਾਡੇ ਨਾਲ ਇਸ ਵੇਲੇ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੇਵਾ ਸਿੰਘ ਜੀ ਸੇਖਵਾਂ ਸਾਹਿਬ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਸੋ ਸੇਵਾ ਸਿੰਘ ਜੀ, ਜਿਵੇਂ ਦੇਖਿਆ ਕਿ ਤੁਸੀਂ ਅਸਤੀਫਾ ਵੀ ਦਿੱਤਾ ਆ ਔਰ ਪਾਰਟੀ ਦੇ ਵਿੱਚੋਂ ਕੱਢਿਆ ਵੀ ਗਿਆ ਆ, ਇਹਦਾ ਕਾਰਨ ਕੀ ਆ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਸਾਨੂੰ ਸਾਰਿਆਂ ਜਣਿਆਂ ਨੂੰ ਜਿਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਜੀ, ਇਹ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਆ। ਠੀਕ ਹੈ ਜੀ। ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਆ ਕਿ ਤੁਸੀਂ ਜੋ ਏਜੰਡਾ 1920 ਵਿੱਚ ਸਾਡੇ ਵੱਡ ਵਡੇਰਿਆਂ ਨੇ ਅਕਾਲੀ ਦਲ ਦੀ ਬਣਤਰ ਵੇਲੇ ਸ਼ੁਰੂ ਕੀਤਾ ਸੀ ਪੰਥਕ ਏਜੰਡਾ, ਉਹਨੂੰ ਧਾਰਨ ਕਰੋ ਜੀ। ਲੇਕਿਨ ਮੌਜੂਦਾ ਲੀਡਰਸ਼ਿਪ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਸਾਡੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਦੂਸਰਾ ਵੱਡਾ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੀ ਜੋ ਕੁਝ ਹੋਇਆ, ਜਿੱਦਾਂ ਸੌਦੇ ਸਾਧ ਨੂੰ ਮਾਫੀ ਦਿੱਤੀ ਗਈ ਆ, ਜਿੱਦਾਂ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਉੱਥੋਂ ਤਖਤਾਂ ਤੋਂ ਤਲਬ ਕਰਕੇ ਸਰਕਾਰੀ ਰਿਹਾਇਸ਼ ਜੀ ਆਪਣੇ ਚੰਡੀਗੜ੍ਹ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੁਲਾਇਆ ਆ ਜੀ। ਇਹਨਾਂ ਇਸ ਵਜ੍ਹਾ ਕਰਕੇ ਤੇ ਉਹਨਾਂ ਤੇ ਦਬਾਅ ਬਣਾ ਕੇ ਜੀ ਬਿਨਾਂ ਮੰਗੇ ਮਾਫੀ ਜਿਹੜੀ ਸੌਦੇ ਸਾਧ ਨੂੰ ਦਿੱਤੀ ਆ, ਮੇਜਰ ਕਾਰਨ ਇਹ ਆ। ਦੂਸਰਾ ਜੀ ਜੋ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਦਲ ਦੇ ਰਾਜ 'ਚ ਹੋਈ ਆ ਜੀ, ਇਹ ਵੀ ਇੱਕ ਕਾਰਨ ਆ। ਬੇਅਦਬੀ ਤੋਂ ਬਾਅਦ ਬਾਈਬਲ ਕਲਾਮ ਵਿੱਚ ਜਿਹੜੇ ਸਿੱਖ ਰੋਸ ਧਰਨਾ ਦੇ ਰਹੇ ਸੀ, ਸ਼ਾਂਤ ਪਈ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਤੇ ਪੁਲਿਸ ਨੇ ਗੋਲੀਆਂ ਮਾਰ ਕੇ 2 ਸਿੰਘ ਸ਼ਹੀਦ ਕਰਤੇ ਤੇ ਕਈ ਜ਼ਖਮੀ ਕਰ ਦਿੱਤੇ। ਇਹ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਵਾ। ਇਹਦੇ ਕਰਕੇ ਵੀ ਅਸੀਂ ਇਹ ਆਵਾਜ਼ ਆਪਣੇ ਬੁਲੰਦ ਕਰਦੇ ਰਹੇ ਹਾਂ ਜੀ। ਉਦੋਂ ਬਾਅਦ ਇਹ ਕਹਿੰਦੇ ਰਹੇ ਹਾਂ ਕਿ ਤੁਹਾਡਾ ਰਾਜ ਭਾਗ ਆ ਤੇ ਇਸ ਰਾਜ ਭਾਗ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹ ਬੇਅਦਬੀ ਕਰਵਾਈ ਆ ਜੀ, ਜਾਂ ਜਿਨ੍ਹਾਂ ਲੋਕਾਂ ਨੇ 2 ਸਿੰਘ ਸ਼ਹੀਦ ਕੀਤੇ ਆ, ਉਹਨਾਂ ਨੂੰ ਸਜ਼ਾ ਦਿਓ ਜੀ। ਉਹ ਕਮਿਸ਼ਨ ਵੀ ਜੋਰਾ ਸਿੰਘ ਬਣਾਇਆ ਗਿਆ, ਲੇਕਿਨ ਉਹਦੇ ਤੇ ਕੋਈ ਅਮਲ ਨਹੀਂ ਕੀਤਾ ਗਿਆ ਜੀ। ਇਹ ਗੱਲਾਂ ਨੇ ਜਿਹਦੀ ਵਜ੍ਹਾ ਕਰਕੇ ਅਸੀਂ ਇਹ ਗੱਲਾਂ ਉਠਾਈਆਂ ਜੀ। ਇਹਨਾਂ ਗੱਲਾਂ ਨੂੰ ਉਠਾਉਣ ਦੀ ਵਜ੍ਹਾ ਕਰਕੇ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ। ਠੀਕ ਹੈ ਜੀ, ਇਹ ਗੱਲ ਦਾ ਹੋਰ ਜਵਾਬ ਦਿਓ। ਸ਼ੇਖਵਾਂ ਸਾਹਿਬ, ਤੁਸੀਂ ਹੁਣ ਆ ਕੇ ਇਹ ਰੁਖ ਅਪਣਾਇਆ ਹੈ ਕਿ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਈਆਂ, ਪਰ ਅਕਾਲੀ ਦਲ ਤਾਂ ਇਹ ਕਹਿ ਕੇ ਵੀ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਤੁਹਾਡੇ ਕੋਲ ਕੈਬਨਿਟ ਦਾ ਰੈਂਕ ਸੀਗਾ ਉਦੋਂ, ਜਿੰਨਾ ਚਿਰ ਸਰਕਾਰ ਰਹੀ ਆ ਉਹਨਾਂ ਚਿਰ ਤੁਸੀਂ ਉਸ ਚੀਜ਼ ਦਾ ਆਨੰਦ ਮਾਣਦੇ ਰਹੇ ਹੋ, ਤੇ ਹੁਣ ਬਾਅਦ ਦੇ ਵਿੱਚ ਆ ਕੇ ਤੁਸੀਂ ਵਿਰੋਧ ਸ਼ੁਰੂ ਕਰ ਦਿੱਤਾ ਹੈ। ਬਿਲਕੁਲ। ਦੇਖੋ, ਇਹਦਾ ਮੈਂ ਇਹ ਜਵਾਬ ਦੇਣਾ ਚਾਹਾਂਗਾ ਕਿ ਮੈਂ ਇਹ ਅੱਜ ਨਹੀਂ ਗੱਲ ਕਰ ਰਿਹਾ। 2010 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਬਰਸੀ ਸੀ ਤੇ ਟੌੜਾ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉੱਥੇ ਮੌਜੂਦ ਸਨ, ਮੈਂ ਵੀ ਬਤੌਰ ਮਿਨਿਸਟਰ ਉੱਥੇ ਸਾਂ, ਤੇ ਸਾਰੀ ਲੀਡਰਸ਼ਿਪ ਅਕਾਲੀ ਦਲ ਦੀ ਉੱਥੇ ਸੀ। ਤੇ ਮੈਂ ਇਹ ਗੱਲ ਸਟੇਜ ਤੋਂ ਕਹੀ ਸੀ ਕਿ ਬਾਦਲ ਸਾਹਿਬ, ਤੁਸੀਂ ਬੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜ਼ਿੰਦਗੀ 'ਚ, ਰਾਜ ਭਾਗ ਬਣਾਉਣੇ ਕੋਈ ਸੌਖਾ ਕੰਮ ਨਹੀਂ, ਤੁਸੀਂ ਰਾਜ ਭਾਗ ਬਣਾਏ ਆ, ਲੇਕਿਨ ਤੁਹਾਡੀ ਲੀਡਰਸ਼ਿਪ ਥੱਲੇ ਇੱਕ ਬਹੁਤ ਵੱਡਾ ਕੌਮੀ ਨੁਕਸਾਨ ਹੋਇਆ ਆ। ਜਿੰਨਾ ਚਿਰ ਟੌੜਾ ਸਾਹਿਬ ਜੀਂਦੇ ਰਹੇ, ਪੰਥਕ ਏਜੰਡਾ ਮਾੜਾ ਮੋਟਾ ਲਾਗੂ ਹੁੰਦਾ ਰਿਹਾ, ਲੇਕਿਨ ਉਹਨਾਂ ਦੀ ਮੌਤ ਤੋਂ ਬਾਅਦ ਇਹ ਏਜੰਡਾ ਡਿਲੀਟ ਹੁੰਦਾ ਜਾ ਰਿਹਾ ਆ। ਤੇ ਮੈਂ ਵਾਰਨਿੰਗ ਦਿੱਤੀ ਸੀ ਕਿ ਜੇ ਤੁਹਾਡੀ ਲੀਡਰਸ਼ਿਪ ਥੱਲੇ ਇਹ ਏਜੰਡਾ ਖਤਮ ਹੋ ਗਿਆ ਤੇ ਜਿਹੜੀਆਂ ਕੌਮਾਂ, ਜਿਹੜੀਆਂ ਸੰਸਥਾਵਾਂ ਜਾਂ ਜਿਹੜੀਆਂ ਸ਼ਖਸੀਅਤਾਂ ਆਪਣਾ ਮੂਲ ਛੱਡ ਦਿੰਦੀਆਂ ਨੇ, ਉਹ ਗਰਕ ਹੋ ਜਾਂਦੀਆਂ ਨੇ। ਤੇ ਵੇਖਿਓ ਕਿਤੇ ਇਹ ਤੁਹਾਡੀ ਲੀਡਰਸ਼ਿਪ ਥੱਲੇ ਇਹ ਕੌਮ ਦਾ ਵੱਡਾ ਨੁਕਸਾਨ ਨਾ ਹੋਵੇ। ਇਹ ਗੱਲ ਮੈਂ 2010 ਚ ਕਹੀ ਸੀ। ਉਸ ਤੋਂ ਬਾਅਦ ਅੱਜ ਵੀ ਤੁਸੀਂ YouTube ਤੇ ਜਾ ਕੇ ਮੇਰਾ ਨਾਮ ਪਾ ਕੇ ਵੇਖ ਸਕਦੇ ਹੋ। 2014 ਚ ਮੇਰੀ ਅੱਜ ਵੀ ਵੀਡੀਓ ਹੈਗੀ ਹੈ YouTube ਤੇ। ਮੈਂ ਕਿਹਾ ਸੀ
ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਜੰਡਾ ਛੱਡ ਦਿੱਤਾ, ਇਹਦਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੋਏਗਾ। ਸੇਖਵਾਂ ਸਾਹਿਬ 2017 ਚ 15 ਸੀਟਾਂ ਤੇ ਆ ਗਏ। ਸੇਖਵਾਂ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਤੁਹਾਡੇ ਕੋਲੋਂ, ਸੇਖਵਾਂ ਸਾਹਿਬ ਜੀ ਮੈਂ ਇੱਕ ਗੱਲ ਤੁਹਾਡੇ ਕੋਲੋਂ ਪੁੱਛਣੀ ਚਾਹਾਂਗਾ ਕਿ ਕਿਤੇ ਨਾ ਕਿਤੇ ਸਵਾਲ ਉੱਠ ਰਿਹਾ ਆ ਤੇ ਇਸ ਗੱਲ ਦੀ ਆਵਾਜ਼ ਇਹ ਉੱਠ ਰਹੀ ਹੈ ਕਿ ਤੁਸੀਂ ਉਸ ਵਕਤ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਕਿ ਮਾਫੀ ਵਾਲਾ ਜਿਹੜਾ ਸੌਦਾ ਸਾਹਿਬ ਦੀ ਮਾਫੀ ਵਾਲਾ ਉੱਠਿਆ ਸੀ, ਉਦੋਂ ਤੁਸੀਂ ਰਿਜ਼ਾਈਨ ਕਿਉਂ ਨਹੀਂ ਕੀਤਾ, ਜਾਂ ਬਰਗਾੜੀ ਦਾ ਜਦੋਂ ਕਾਂਡ ਹੋਇਆ ਉਦੋਂ ਰਿਜ਼ਾਈਨ ਕਿਉਂ ਨਹੀਂ ਕੀਤਾ, ਜਾਂ ਦੂਜੇ ਪਾਸੇ ਵੀ ਸਵਾਲ ਉੱਠ ਰਿਹਾ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਮੁੱਦਾ ਉਹ ਵੀ ਉੱਠ ਰਿਹਾ, ਕਿਤੇ ਉਹ ਵਿਚਾਰ ਤਾਂ ਨਹੀਂ ਸਨ? ਬਿਲਕੁਲ ਇਹ ਗੱਲ ਗਲਤ ਆ ਜੀ। ਅਸੀਂ ਕੋਈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਸਾਡੇ ਮਨ ਵਿੱਚ ਨਾ ਕੋਈ ਲਾਲਚ ਆ ਜੀ। ਜੇ ਸਾਡੇ ਮਨ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਕੋਈ ਲਾਲਚ ਹੁੰਦਾ ਜੀ ਤੇ ਅੱਜ ਅਸੀਂ ਆਪਣੇ ਅਹੁਦਿਆਂ ਤੋਂ ਸਾਨੂੰ ਕਿਸੇ ਨੇ ਅਸਤੀਫਾ ਦੇਣ ਵਾਸਤੇ ਨਹੀਂ ਕਿਹਾ ਜੀ, ਅਸੀਂ ਆਪ ਅਸਤੀਫੇ ਦਿੱਤੇ ਨੇ ਜੀ। ਜੇ ਸਾਨੂੰ ਕਿਸੇ ਅਹੁਦੇ ਕਰਕੇ ਕੋਈ ਲਾਲਚ ਹੁੰਦਾ ਤੇ ਫਿਰ ਅਸੀਂ ਆਪ ਅਸਤੀਫੇ ਕਿਉਂ ਦਿੰਦੇ। ਰਹੀ ਗੱਲ, ਹਾਂਜੀ, ਤੁਸੀਂ ਮੈਂ ਜਿਹੜੀ ਲੇਟ ਹੋਣ ਦਾ ਕਾਰਨ ਦੱਸਿਆ, ਇਹ ਪਾਰਟੀ ਜਿਹੜੀ ਆ ਸਾਡੀ ਪਾਰਟੀ ਆ ਜੀ। ਅਸੀਂ ਨਹੀਂ ਸਾ ਚਾਹੁੰਦੇ ਕਿ ਇਹਦਾ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਵੇ ਜੀ। ਅਸੀਂ ਸੁਧਾਰ ਚਾਹੁੰਦੇ ਸਾਂ, ਹੁਣ ਵੀ ਚਾਹੁੰਦੇ ਆ ਕਿ ਪਾਰਟੀ ਵਿੱਚ ਸੁਧਾਰ ਹੋਣੇ ਚਾਹੀਦੇ ਆ। ਅਸੀਂ ਅਕਾਲੀ ਦਲ ਦੇ ਅੱਜ ਵੀ ਖਿਲਾਫ ਨਹੀਂ, ਉਦੋਂ ਵੀ ਖਿਲਾਫ ਨਹੀਂ ਸਾਂ। ਤੇ ਇਸ ਤੋਂ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ ਜੀ? ਖਿਲਾਫ ਆ। ਇਸ ਤੋਂ ਅਗਲਾ ਪ੍ਰੋਗਰਾਮ ਕੀ ਤੁਹਾਡਾ? ਮੈਂ ਦੱਸਣਾ ਜੀ, ਅਗਲਾ ਪ੍ਰੋਗਰਾਮ ਵੀ ਦੱਸ ਦੇਣਾ। ਹਾਂਜੀ। ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜੇ ਖਾਲਸਾ ਪੰਥ ਜਾਂ ਸਾਧ ਸੰਗਤ ਜੀ ਇਹ ਮਹਿਸੂਸ ਕਰਦੀ ਹੋਵੇ ਕਿ ਅਸੀਂ ਇਹ ਗੱਲ ਲੇਟ ਕਰ ਰਹੇ ਹਾਂ ਜੀ, ਮੈਂ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਣਾ ਜੀ। ਤੇ ਜੇ ਸੰਗਤ ਮਾਫੀ ਨਾ ਵੀ ਦੇਣੀ ਚਾਹਵੇ ਜੀ, ਜੋ ਸਜ਼ਾ ਦੇਵੇ ਉਹ ਸਿਰ ਨਵਾ ਕੇ ਉਹ ਸਜ਼ਾ ਵੀ ਭੁਗਤਣ ਨੂੰ ਤਿਆਰ ਹਾਂ। ਠੀਕ ਹੈ ਜੀ। ਸੇਖਵਾਂ ਸਾਹਿਬ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਪੇਸ਼ ਹੋ ਸਕਦੇ ਆ, ਕਿਉਂਕਿ ਪਾਰਟੀ ਨੂੰ ਜਿੰਨਾ ਵੱਡਾ ਨੁਕਸਾਨ ਮਾਝੇ ਦੇ ਵਿੱਚ ਹੋਇਆ ਆ, ਉਸ ਤੋਂ ਇਲਾਵਾ ਅਜੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਚਾਹੇ ਉਹ ਕੁਝ ਬੋਲੇ ਨਹੀਂਗੇ ਪਰ ਅਸਤੀਫਾ ਉਹਨਾਂ ਨੇ ਵੀ ਦੇ ਦਿੱਤਾ ਆ, ਪਰ ਫਿਰ ਇੱਕ ਵਾਰ ਜਿਹੜੀ ਵੋਟ ਬੈਂਕ ਜਿਹੜਾ ਖਰਾਬ ਹੋਇਆ ਆ ਜਾਂ ਇਹਨਾਂ ਤੋਂ ਪਿੱਛੇ ਹਟ ਗਏ ਨੇ ਲੋਕ, ਉਸ ਚੀਜ਼ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕੋਸ਼ਿਸ਼ਾਂ ਹੋ ਸਕਦੀਆਂ ਨੇ ਅਕਾਲ ਤਖਤ ਤੋਂ ਮਾਫੀ ਮੰਗਣ ਦੀਆਂ। ਦੇਖੋ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ, ਮਾਸਟਰ ਤਾਰਾ ਸਿੰਘ ਨਾਲੋਂ ਵੱਡਾ ਲੀਡਰ ਨਹੀਂ ਬਣ ਗਿਆ ਸੁਖਬੀਰ ਸਿੰਘ ਬਾਦਲ। ਉਹਨੇ ਇੱਕ ਗਲਤੀ ਕੀਤੀ ਸੀ, ਮਰਨ ਵਰਤ ਰੱਖਿਆ ਸੀ ਅਰਦਾਸ ਕਰਕੇ, ਤੇ ਮਰਨ ਵਰਤ ਉਹਨਾਂ ਨੇ ਬਿਨਾਂ ਮੰਗ ਪੂਰੀ ਹੋਇਆ ਤੋੜ ਦਿੱਤਾ ਸੀ। ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ। ਇਹ ਤਾਂ ਗਲਤੀਦਾਰ ਗਲਤੀਆਂ ਕਰੀ ਜਾ ਰਹੇ ਆ, ਇਹਨਾਂ ਨੂੰ ਮਾਫੀ ਕਿਵੇਂ ਮਿਲ ਸਕਦੀ ਆ? ਜੇ ਇਹਨਾਂ ਦਾ ਬਣਾਇਆ ਜਥੇਦਾਰ ਇਹਨਾਂ ਨੂੰ ਮਾਫ ਕਰ ਵੀ ਦੇਵੇ, ਖਾਲਸਾ ਪੰਥ ਇਹਨਾਂ ਨੂੰ ਕਦੀ ਮਾਫ ਨਹੀਂ ਕਰੇਗਾ। ਠੀਕ ਹੈ ਜੀ। ਸੇਖਵਾਂ ਸਾਹਿਬ ਤੁਸੀਂ ਮੰਨਦੇ ਹੋ ਕਿ ਜਥੇਦਾਰ ਜਿਹੜੇ ਬਣਦੇ ਆ ਉਹ ਇਹਨਾਂ ਦੁਆਰਾ ਹੀ ਬਣਾਏ ਜਾਂਦੇ ਆ, ਭਾਵੇਂ ਇਹ ਗੱਲ ਮੰਨਦੇ ਨਹੀਂ? ਬਿਲਕੁਲ, ਮੈਂ ਤੁਹਾਡੀ ਗੱਲ ਜੋ ਤੁਸੀਂ ਕਿਹਾ ਮੈਂ ਬਿਲਕੁਲ ਸਹਿਮਤ ਹਾਂ। ਮੈਂ ਤੇ ਪਿੱਛੇ ਇਹਨਾਂ ਨੂੰ ਇੱਕ ਰਾਏ ਵੀ ਦਿੱਤੀ ਸੀ। ਠੀਕ ਹੈ ਜੀ, ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਸੇਵਾ ਸਿੰਘ ਸੇਖਵਾਂ ਸਾਹਿਬ। ਤੁਸੀਂ ਇਸੇ ਤਰ੍ਹਾਂ ਫੇਰ ਵੀ ਟਾਈਮ ਦੇ ਨਾਲ ਸਾਨੂੰ ਇਸ ਤਰ੍ਹਾਂ ਨਾਲ ਗੱਲਬਾਤ ਕਰਦੇ ਰਹੋ ਜੀ। ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸਾਹਿਬ ਸਿੰਘ ਜੀ ਭੁੰਦੜ, ਕਾਂਗਰਸ ਪਾਰਟੀ ਦੇ ਵੱਲੋਂ। ਸਰਦਾਰ ਸਾਹਿਬ ਸਿੰਘ ਜੀ, ਮੈਂ ਆਪ ਦੀ ਵੱਲ ਆਵਾਂ ਕਿ ਤੁਸੀਂ ਗੱਲਬਾਤ ਸਾਰੀ ਸੁਣੀ ਆ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਜੋ ਅੱਜ ਹਾਲਾਤ ਜੋ ਇਹਨਾਂ ਨੇ ਪੰਜਾਬ ਦੇ ਬਣਾਤੇ ਇਸ ਅਕਾਲੀ ਦਲ ਨੇ, ਕਿਉਂਕਿ ਕਿਸੇ ਵੇਲੇ ਅਕਾਲੀ ਦਲ ਜਿਹੜਾ ਕੁਰਬਾਨੀਆਂ ਵਾਲੀ ਪਾਰਟੀ, ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਧਰਮ ਪ੍ਰਤੀ ਕੁਝ ਕੁਰਬਾਨੀਆਂ ਕੀਤੀਆਂ ਸੀ, ਉਹਨਾਂ ਦੀ ਇਹ ਪਾਰਟੀ ਕਦੀ ਹੋਇਆ ਕਿਸੇ ਜੋ ਸਿੱਖ ਧਰਮ ਦੇ ਆਗੂ ਹੋਣਦੇ ਹੁੰਦੇ ਸੀ, ਮਾਸਟਰ ਤਾਰਾ ਸਿੰਘ ਵਰਗੇ ਜੀ, ਜਿਨ੍ਹਾਂ ਨੇ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰਮਰਿਆਦਾ ਨੂੰ ਬਿਲਕੁਲ ਆਪਣੇ ਆਪਾ ਵਾਰ ਕੇ ਵੀ ਕਾਇਮ ਰੱਖਿਆ ਜੀ। ਪਰ ਅਜੋਕੀ ਸਥਿਤੀ ਜੋ ਅਕਾਲੀ ਦਲ ਚ ਰਿਸ਼ਤੇਦਾਰਾਂ ਦਾ ਅਕਾਲੀ ਦਲ ਬਣ ਕੇ ਰਹਿ ਗਿਆ, ਜਿਹੜੇ ਕਿ ਇੱਥੇ ਕੁਰਬਾਨੀਆਂ ਵਾਲੇ ਅਕਾਲੀ ਜਿਹੜੇ ਆਪਣੇ ਅਕਾਲੀ ਵੀ ਆਪਾਂ ਨੂੰ ਕਹਿ ਸਕਦੇ ਹਾਂ, ਉਹਨਾਂ ਨੂੰ ਲਾਂਭੇ ਕਰਕੇ ਅੱਜ ਅਕਾਲੀ ਦਲ ਨੇ ਪੰਜਾਬ ਤੇ ਸਿੱਖ ਪੰਥ ਨੂੰ ਆਪਣੀ ਨਿੱਜੀ ਜਾਇਦਾਦ ਵਰਤ ਕੇ, ਮੈਂ ਇਹ ਨਹੀਂ ਕਹਿੰਦਾ ਵੀ ਸ਼ੇਖਵਾਂ ਸਾਹਿਬ ਬੜੇ ਪੁਰਾਣੇ ਤੇ ਟਕਸਾਲੀ ਅਕਾਲੀ ਨੇ ਜੀ,
ਬ੍ਰਹਮਪੁਰਾ ਸਾਹਿਬ ਬੜੇ, ਬਾਦਲ ਸਾਹਿਬ ਦੀ ਉਮਰ ਦੇ ਅਕਾਲੀ ਨੇ, ਬੜੀਆਂ ਕੁਰਬਾਨੀਆਂ ਉਹਨਾਂ ਦੀਆਂ ਜੀ। ਪਰ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਿਗਾਰ ਉਦੋਂ ਸ਼ੁਰੂ ਹੋ ਗਿਆ, ਮੈਂ ਸਮਝਦਾ ਜਦੋਂ ਅਕਾਲੀ ਦਲ ਚ ਅਕਾਲੀ ਨਾ ਰਹਿ ਕੇ ਇਹਨੂੰ ਨਿੱਜੀ ਸੰਸਥਾ ਦੇ ਵਾਸਤੇ ਵਰਤਿਆ ਗਿਆ, ਵਾਸਤੇ ਵਰਤਿਆ ਜੀ। ਅਕਾਲੀ ਦਲ ਜਿਨ੍ਹਾਂ ਨੇ ਐਡਾ ਬੋਲਾ ਕੇ ਅਕਾਲੀ ਦਲ ਬਣਾਤਾ, ਭਾਈ ਭਤੀਜਾਵਾਦ ਤੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ। ਇਹਦੇ ਤੇ ਸਭ ਤੋਂ ਵੱਧ ਨੁਕਸਾਨ ਜੋ ਹੋਇਆ ਉਹ ਸਿੱਖ ਪੰਥ ਦਾ ਮੈਂ ਸਮਝਦਾ ਹੋਇਆ। ਉਹ ਕੋਈ ਵੀ ਜ਼ਿੰਮੇਵਾਰ ਹੋਵੇ ਇਹਨਾਂ ਨੂੰ ਸਿਆਣਪ ਨਾਲ ਇਹਨੂੰ ਹੈਂਡਲ ਕਰਨਾ ਚਾਹੀਦਾ ਸੀ, ਤਾਂ ਕਿ ਜੋ ਸਭ ਧਰਮਾਂ ਦਾ ਸਰਵਉੱਚ ਧਰਮ, ਇਹਨੂੰ ਗੁਰੂਆਂ ਨੇ 4 ਵਰਨਾਂ ਦਾ ਸਾਂਝਾ ਉਪਦੇਸ਼ ਗੁਰਬਾਣੀ ਚ ਦਿੱਤਾ ਸੀ, ਉਹਦੀ ਉਲਟੀ ਗਿਣਤੀ ਸਗੋਂ ਸਿੱਖ ਧਰਮ ਨੂੰ ਕੋਈ ਇਹ ਨਹੀਂ ਮੈਂ ਕਹਿੰਦਾ ਸੀ ਗੁਰੂਆਂ ਨੂੰ ਇਹਨਾਂ ਦੀ ਵੋਟ ਦੀ ਨਾਲ ਸਿੱਖ ਸਾਹਿਬ ਨੂੰ ਇਹਨਾਂ ਦੀ ਲੋੜ ਆ, ਪਰ ਇਹਨਾਂ ਨੇ ਗੁਰਮਰਿਆਦਾ ਜੋ ਸਾਰਾ ਹਿੰਦੁਸਤਾਨ ਸਾਰੀ ਦੁਨੀਆ ਦੇ ਸਿੱਖ ਧਰਮ ਦੇ ਸੀਸ ਝੁਕਾਇਆ ਕਰਦੀ ਸੀ, ਸਰਦਾਰ ਦੀ ਉਲਟੀ ਦਾ ਮੁੱਲ ਪਿਆ ਕਰਦਾ ਸੀ। ਅੱਜ ਇਹਨਾਂ ਨੇ ਜਥੇਦਾਰਾਂ ਨੇ, ਅਖੌਤੀ ਜਥੇਦਾਰਾਂ ਨੇ ਪੰਜਾਬ ਨੂੰ ਸਿੱਖ ਧਰਮ ਨੂੰ ਇਸ ਚੁਰਾਹੇ ਤੇ ਲਿਆ ਕੇ ਖੜਾ ਕਰਤਾ ਕਿ ਸਿੱਖ ਧਰਮ ਦਾ ਜੋ ਸ਼ਬਦ ਆ ਉਹ ਇਹਨਾਂ ਦੀ ਵਜ੍ਹਾ ਕਰਕੇ ਨੀਵਾਂ ਹੋਇਆ ਸਾਰੀ ਦੁਨੀਆ 'ਚ। ਠੀਕ ਹੈ ਜੀ, ਹੋਇਆ ਸਿੱਖ ਧਰਮ ਦਾ, ਜੋ ਕਿ ਨਹੀਂ ਹੋਣਾ ਚਾਹੀਦਾ। ਠੀਕ ਹੈ, ਮੈਂ ਅਗਲਾ ਸਵਾਲ ਕਰਨ ਵਾਸਤੇ ਤੁਹਾਡੇ ਵੱਲ ਫੇਰ ਆਵਾਂਗਾ। ਪੱਟੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਗੱਲਬਾਤ ਸੁਣੀ ਸਾਰੀ ਪੁੰਦਰ ਸਾਹਿਬ ਦੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਇਹਨਾਂ ਦੀ ਬਦੌਲਤ ਜਿਹੜਾ ਸਿਰ ਨੀਵਾਂ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ? ਹੈਲੋ, ਇਹ ਅਕਾਲੀ ਦਲ ਉਸ ਦਿਨ ਹੀ ਅਕਾਲ ਤੋਂ ਸੰਭਾਗੀ ਹੋ ਗਿਆ ਸੀ ਜਿਸ ਦਿਨ ਅਕਾਲੀ ਦਲ ਬਾਦਲ ਜੀ ਬਾਹਰ ਰੱਖਿਆ ਗਿਆ ਸੀਗਾ ਜੀ। 80 ਦੇ ਵਿੱਚ ਅਕਾਲੀ ਦਲ ਬਣਿਆ ਤਾਂ ਉਦੋਂ ਜਦੋਂ ਬਾਦਲ ਨਾਲ ਲੱਗ ਗਿਆ ਉਦੋਂ ਅਸਲੀ ਅਕਾਲੀ ਦਲ ਤਾਂ ਉਦੋਂ ਹੀ ਭੋਗ ਪਾਤਾ ਸੀ ਇਹਨਾਂ ਨੇ। ਉਦੋਂ ਵੀ ਮੈਂ ਸਰਦਾਰ ਸੇਵਾ ਨਾਲ ਖੜੇ ਨੇ, ਤੁਹਾਡੇ ਆਪਣੇ ਬ੍ਰਹਮਪੁਰਾ ਸਾਹਿਬ ਨੇ, ਡਾਕਟਰ ਰਤਨ ਸਿੰਘ, ਇਹਨਾਂ ਦਾ ਬੜਾ ਵੱਡਾ ਰੋਲ ਸੀ ਉਸ ਅਕਾਲੀ ਦਲ ਨੂੰ ਕਾਮਯਾਬ ਕਰਨ ਦਾ ਜੀ। ਜੇ ਇਹ ਲੋਕ ਉਦੋਂ ਨਾਲ ਨਾ ਹੁੰਦੇ ਤੇ ਅੱਜ ਇਹਨਾਂ ਦਾ ਅੱਜ ਇੱਥੋਂ ਤੱਕ ਅਕਾਲੀ ਦਲ ਨਾ ਪਹੁੰਚਿਆ ਹੈ ਜੀ। ਅੱਜ ਇਹਨਾਂ ਦੀ ਇੱਕ ਮਨ ਵਾਲੀ ਨੀਤੀ ਬਣੀ ਪਈ ਆ ਤੇ ਇਹਨਾਂ ਲੀਡਰਾਂ ਤੋਂ ਬਗੈਰ ਅਕਾਲੀ ਦਲ 'ਚ ਕੋਈ ਤਸੱਵਰ ਨਹੀਂ ਸੀ ਕੀਤਾ ਜਾਂਦਾ। ਤੇ ਅੱਜ ਅਕਾਲੀ ਦਲ ਜਿਹੜਾ ਵਾ ਇੱਕ ਪਰਿਵਾਰ ਦੀ ਪਾਰਟੀ ਨਹੀਂ, ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ। ਤੇ ਇਹ ਜੇ ਕਿਤੇ ਸੇਵਾ ਸਿੰਘ ਸੇਖੋਂ ਹਮ ਦੇ ਮੁਤਾਬਕ ਪਾਰਟੀ ਬਾਕੀ ਲੀਡਰ ਨੇ ਕੰਮ ਕੀਤਾ, ਇਹ ਵੱਖਰੇ ਤੌਰ ਤੇ ਆਪਣੀਆਂ ਰੈਲੀਆਂ ਤੇ ਲੋਕਾਂ ਦਾ ਰਾਬਤਾ ਕੰਮ ਕਰਨ ਵਾਸਤੇ ਕਾਮਯਾਬ ਹੋ ਗਏ ਤੇ ਆਉਣ ਵਾਲੀਆਂ 2019 ਦੀਆਂ ਚੋਣਾਂ ਦੇ ਵਿੱਚ ਇਹ ਦੂਸਰੇ ਨੰਬਰ ਤੇ ਆਉਣਗੇ ਤੇ ਉਹ ਅਕਾਲੀ ਦਲ ਤੀਸਰੇ ਨੰਬਰ ਤੇ ਆਏਗਾ ਜੀ। ਜੀ ਪੱਟੀ ਸਾਹਿਬ ਜੀ, ਇੱਕ ਗੱਲ ਹੋਰ ਤੁਹਾਨੂੰ ਮੈਂ ਪੁੱਛਣੀ ਚਾਹਾਂਗਾ ਕਿ ਕੀ ਜਿਵੇਂ ਮੱਕੜ ਜੀ ਉਹਨਾਂ ਨੇ ਵੀ ਲੇਟ ਆ ਕੇ ਜਿਹੜਾ ਬਿਆਨ ਉਹ ਦਿੱਤਾ ਸੀਗਾ, ਤੇ ਲੇਕਿਨ ਇਹਨਾਂ ਨੇ ਵੀ ਥੋੜਾ ਜਿਹਾ ਲੇਟ ਆ ਕੇ ਰਿਜ਼ਾਈਨ ਦਿੱਤੇ ਨੇ, ਤੁਸੀਂ ਇਹਦਾ ਕਾਰਨ ਕੀ ਸਮਝਦੇ ਹੋ? ਵੇਖੋ ਜੀ, ਮੱਕੜ ਸਾਹਿਬ ਦੀ ਤੇ ਆਪਣੀ ਮਜਬੂਰੀ ਸੀ। ਮੱਕੜ ਸਾਹਿਬ ਤੇ ਮਜੀਠੀਆ ਸਾਹਿਬ ਅੱਧੇ ਨਾਂ ਨਾਲ ਬੁਲਾਉਂਦੇ ਸੀਗੇ। ਉਹਨਾਂ ਨੂੰ ਜੋ ਕਹਿੰਦੇ ਸੀ ਉਹ ਮੇਰੇ ਨਾਲ ਜਾਣੇ ਸਰਦਾਰ ਸੇਵਾ ਸਿੰਘ ਸੇਖਵਾ ਜਿਹੜੇ ਬਿਹਤਰ ਜਾਣਦੇ ਹੋਣਗੇ, ਲੇਕਿਨ ਸੇਵਾ ਸਿੰਘ ਸੇਖਵਾ ਭਾਵੇਂ ਉਹਨੂੰ ਪਾਰਟੀ ਛੱਡਣੀ ਪਈ ਲੇਕਿਨ ਉਹਨਾਂ ਅਣਖ ਨਹੀਂ ਛੱਡੀ ਆਪਣੀ। ਜਿੰਨੇ ਬੰਦੇ ਕੱਢੇ ਗਏ ਸਾਰੇ ਅਣਖੀਲੇ ਬੰਦੇ ਸੀ, ਅਣਖ ਨਹੀਂ ਛੱਡੀ ਉਹਨਾਂ ਵੀ, ਅਣਖ ਨਹੀਂ ਜਾਣਦੇ ਨਹੀਂ, ਬਾਕੀ ਕੋਈ ਗੱਲ ਨਹੀਂ। ਅੱਜ ਦੀ ਡੇਟ ਤੇ ਮੈਂ ਕਹਿ ਲਵਾਂ ਜੇ ਕਿਸੇ ਨੂੰ ਪ੍ਰੋਬਲਮ ਆ ਤੇ ਉਹ ਜਿਆਦੀ ਪ੍ਰੋਬਲਮ ਬਿਕਰਮ ਸਿੰਘ ਮਜੀਠੀਆ ਕੋਲ ਆ, ਉਹਦੀ ਹੈਂਕੁੜ ਤੋਂ ਆ, ਉਹਦੇ ਕੰਮਕਾਰ ਤੋਂ ਆ, ਇੰਨੀ ਸ਼ਾਇਦ ਸੁਖਬੀਰ ਸਿੰਘ ਬਾਦਲ ਤੋਂ ਨਾ ਹੋਵੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ, ਜਦੋਂ ਪੱਤਰਕਾਰਾਂ ਤੇ ਲਾਠੀ ਚਾਰਜ ਕੀਤਾ ਗਿਆ ਬਿਕਰਮ ਮਜੀਠੀਆ ਦੇ ਕਹਿਣ ਤੇ ਇਹਦੇ ਜਿਹੜਾ ਹੈਗਾ ਇਹਦਾ ਇੱਕ ਬਣਾਇਆ ਸੀ ਫਰਸ਼ਾਂਦ ਸਚਾਨ ਸਿੰਘ, ਉਹਨੇ ਲਾਠੀ ਚਾਰਜ ਕਰਵਾਇਆ ਤੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਤੇ ਐਮਪੀ ਸੀ ਇੱਥੋਂ ਅੰਮ੍ਰਿਤਸਰ ਤੋਂ, ਉਹਨਾਂ ਨੇ ਬਿਆਨ ਦਿੱਤਾ ਸੀ ਵੀ ਨਖੇਦੀ ਕੀਤੀ ਸੀ। ਈਵਨ ਇੱਥੋਂ ਤੱਕ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਸੀ ਪੰਜਾਬ ਪ੍ਰਧਾਨ ਸਾਪਲਾ ਸਾਹਿਬ ਬੀਜੇਪੀ ਦੇ, ਉਹਨਾਂ ਨੇ ਨਖੇਦੀ ਕੀਤੀ ਤੇ ਕਿਹਾ ਸੀ ਤੇ ਦੋਸ਼ੀ ਦੀ ਕਾਰਵਾਈ ਹੋਣੀ ਚਾਹੀਦੀ ਆ। ਬਾਦਲ ਸਾਹਿਬ ਨੇ ਰਿਕਮੈਂਡ ਕਰ ਦਿੱਤੀ ਆਪਣੀ ਐਪਲੀਕੇਸ਼ਨ ਵੀ ਕਾਰਵਾਈ ਕਰੋ ਇਮੀਡੀਏਟਲੀ, ਪੱਤਰਕਾਰ ਤੇ ਕਿਹੋ ਜਿਹੀ ਗੱਲ ਹੋਈ। ਸੁਖਬੀਰ ਬਾਦਲ ਨੇ ਐਡੀਸ਼ਨ ਦੱਬ ਕੇ ਕਿਹਾ ਵੇਖੋ ਪੱਤਰਕਾਰ ਨੇ ਇਹੋ ਜਿਹੀ ਗੱਲ ਨਹੀਂ ਚਾਹੀਦੀ, ਲੇਕਿਨ ਬਿਕਰਮ ਸਿੰਘ ਮਜੀਠੀਆ ਇੰਨਾ ਮਜ਼ਬੂਤ ਹੋ ਚੁੱਕਾ ਸੀ ਵੀ ਉਹਦੇ ਕਹਿਣ ਤੋਂ ਬਗੈਰ ਤੇ ਪਤਾ ਨਹੀਂ ਸੀ ਹਿਲਦਾ ਕਿ ਖਿਲਾਫ ਕਾਰਵਾਈ ਨਹੀਂ ਹੋਈ। ਇਸ ਕਰਕੇ ਇਸ ਵੇਲੇ ਪ੍ਰੋਬਲਮ ਜਿਆਦਾ ਸ਼ਾਇਦ ਸੁਖਬੀਰ ਸਿੰਘ ਬਾਦਲ ਤੋਂ ਨਾ ਹੋਵੇ, ਜੇ ਚੇਪੀ ਲੱਗ ਰਹੀ ਹੈ ਤੇ ਬਿਕਰਮ ਸਿੰਘ ਮਜੀਠੀਆ ਕਰਕੇ ਲੱਗ ਰਹੀ ਹੈ ਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਬੜਾ ਡਿਕਟੇਟਰਸ਼ਿਪ ਵਾਲਾ, ਤੇ ਉਹ ਆਪਣੇ ਆਪ ਨੂੰ ਰੱਬ ਸਮਝਦੇ ਇੱਥੇ। ਤੇ ਪਾਰਟੀਆਂ ਕਦੀ ਏਦਾਂ ਨਹੀਂ ਚੱਲਦੀਆਂ, ਪਾਰਟੀਆਂ ਮਿਲ ਜੁਲ ਕੇ ਚੱਲਦੀਆਂ। ਸਰਦਾਰ ਸੇਵਾ ਸਿੰਘ ਸੇਖਵਾ, ਡਾਕਟਰ ਰਤਨ ਸਿੰਘ ਨਾਲਾ, ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ,
ਬ੍ਰਹਮਪੁਰਾ ਸਾਹਿਬ ਮੇਰੀ ਇੱਕ ਗੱਲ ਹੋਈ ਰਤਨ ਸਿੰਘ ਨਾਲ ਹੋਰਾਂ ਦਾ, ਉਹ ਕਹਿੰਦੇ ਜੀ ਜਿੰਨੇ ਸਾਡੇ ਪ੍ਰਧਾਨ ਹੁਣ ਤੱਕ ਕਹੇ ਜਾਣ ਲੱਗੇ ਆਪਣੇ ਕੱਪੜੇ ਝਾੜ ਕੇ ਗਏ ਵੀ ਲੋਕ ਕੁਛ ਨਹੀਂ ਲੈ ਕੇ ਚੱਲਿਆ ਮੈਂ, ਲੇਕਿਨ ਇਹ ਪ੍ਰਧਾਨ ਦੱਸੇ ਵੀ ਅਰਬਾਂ ਖਰਬਾਂ ਦੀ ਪ੍ਰਾਪਰਟੀ ਕਿੱਥੋਂ ਬਣੀ ਤੇ ਕਿਵੇਂ ਬਣਾਈ ਇਹਨੇ। ਠੀਕ ਹੈ ਜੀ। ਇਸ ਕਰਕੇ ਮੈਂ ਇਹ ਗੱਲ ਕਹੂੰਗੇ ਅੱਜ ਦੀ ਕੱਲ ਇਹਨਾਂ ਕੋਲ ਹਿਸਾਬ ਕੌਮ ਮੰਗੇਗੀ, ਹਿਸਾਬ ਕੌਮ ਠੀਕ ਹੈ ਜੀ। ਮੈਂ ਆਪਣੇ ਸਰਦਾਰ ਸਾਹਿਬ ਸਿੰਘ ਜੀ ਤੁਹਾਡੇ ਵੱਲ ਫੇਰ ਦੁਬਾਰਾ ਮੁੜ ਕੇ ਆਵਾਂ ਕਿ ਜਿਹੜਾ ਇਹ ਘਮਸਾਨ ਪਿਆ ਹੋਇਆ ਅਕਾਲੀ ਦਲ ਦੇ ਵਿੱਚ ਤੇ ਕਾਂਗਰਸ ਨੂੰ ਇਹਦਾ ਕੋਈ ਫਾਇਦਾ ਹੋਏਗਾ? ਮੈਂ ਤੇ ਪਹਿਲਾਂ ਕਹਿਤਾ ਜੀ, ਮੈਂ ਤੇ ਪਹਿਲਾਂ ਕਹਿਤਾ ਵੀ ਇਸ ਵੇਲੇ ਕਾਂਗਰਸ ਜੀ ਲੁੱਟੀਆਂ ਪਾਉਂਦੇ ਨੇ। ਨਿਰਪੇਖ ਪਾਰਟੀ ਹੈ ਜੀ, ਇਹ ਜਦੋਂ ਤੋਂ ਕਾਂਗਰਸ ਦਾ ਜਨਮ ਹੋਇਆ ਹੈ ਜੀ, ਕਾਂਗਰਸ ਪਾਰਟੀ ਦੀ ਇੱਕ ਖਾਸੀਅਤ ਰਹੀ, ਇਸ ਪਾਰਟੀ ਦੇ ਜਿਹੜੇ ਨੇਤਾਗਣ ਇਹਨਾਂ ਦੀ ਇੱਕ ਖਾਸੀਅਤ ਰਹੀ ਹੈ ਜੀ, ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਆ। ਅੱਜ ਤੱਕ ਕਾਂਗਰਸ ਪਾਰਟੀ ਨੇ ਐਸਸੀ ਦੇ ਪੀਸੀ ਦੇ ਜੋ ਇਲੈਕਸ਼ਨ ਹੁੰਦਾ ਉਹਦੇ ਵਿੱਚ ਕਦੀ ਕੋਈ ਦਖਲ ਨਹੀਂ ਦਿੱਤਾ। ਕਾਂਗਰਸ ਪਾਰਟੀ ਜਿੱਥੇ ਧਰਮ ਦੀ ਗੱਲ ਆਉਂਦੀ ਆ ਜੀ, ਜਿੱਥੇ ਇੱਕ ਫਿਰਕੇ ਦੀ ਗੱਲ, ਸਿੱਖ ਧਰਮ ਦੀ ਗੱਲ ਹੈ ਜੀ, ਉੱਥੇ ਮੈਂ ਸਮਝਦਾ ਇਹਨੂੰ ਸਿਆਸੀ ਲਾਹਾ ਮਿਲਣਾ ਜਾਂ ਨਾ ਮਿਲਣਾ ਜੀ ਇੱਕ ਅਲੱਗ ਗੱਲਾਂ, ਇਸ ਪੱਖ ਨੂੰ ਨਹੀਂ ਸੋਚਣਾ ਚਾਹੀਦਾ ਜੀ। ਅੱਜ ਸੋਚਣ ਦੀ ਲੋੜ ਜਿਹੜੀ ਜੋ ਚਰਾਹੀ ਤੇ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ, ਸਿੱਖ ਧਰਮ ਨੂੰ ਲਿਆ ਕੇ ਨਾ ਅਖੌਤੀ ਜਥੇਦਾਰ ਸਭ ਦੋਸ਼ੀ ਆ ਜੀ, ਸਭ ਦੋਸ਼ੀ ਆ, ਕਿਉਂਕਿ ਸਿੱਖ ਧਰਮ ਦਾ ਜੋ ਨਰਾਦਰ ਹੋਇਆ, ਸਿੱਖ ਧਰਮ ਦੀ ਜੋ ਤੂੰ ਹੋਈ ਹੈ, ਮੈਂ ਪੰਜਾਬੀ ਚ ਕਹੂੰਗਾ ਹਿੰਦੁਸਤਾਨ ਨੇ ਵਰਲਡ ਲੈਵਲ ਤੇ ਹੋਈ ਆ। ਇਹਨਾਂ ਅਖੌਤੀ ਜਥੇਦਾਰਾਂ ਨੇ, ਇਹਨਾਂ ਭਾਈ ਭਤੀਜਾ ਵਾਰ ਜਥੇਦਾਰਾਂ ਦੀ ਬਦੌਲਤ ਹੋਈ ਆ ਜੀ। ਸਿਆਸੀ ਲਾਹੇ ਬਾਅਦ ਦੀਆਂ ਗੱਲਾਂ। ਅੱਜ ਸਾਨੂੰ ਲੋੜ ਹੈ ਸਾਡੇ ਧਰਮ ਨੂੰ ਬਚਾਉਣ ਦੀ, ਅੱਜ ਸਾਡੇ ਉਹਨਾਂ ਗੁਰੂਆਂ ਨੂੰ ਸਤਿਕਾਰ ਨੂੰ ਵਧਾਉਣ ਦੀ ਲੋੜ ਹੈ ਜਿਨ੍ਹਾਂ ਦੀ ਬਦੌਲਤ ਗਿਰ ਰਿਹਾ। ਹਾਂਜੀ ਜੀ, ਹਾਂਜੀ ਗਿਆਨੀ ਜੀ, ਇਹਦੇ ਵਿੱਚ ਕਾਂਗਰਸ ਪਾਰਟੀ ਬਰਾਬਰ ਦੀ ਦੋਸ਼ੀ ਹੈ, ਜੋ ਮਰਜ਼ੀ ਕਹੀ ਜਾਣ ਜੀ। ਜਦੋਂ ਵੀ ਵੋਟਾਂ ਪੈਂਦੀਆਂ, ਭਾਵੇਂ ਉਹ ਆਪਣੇ ਪ੍ਰਤਾਪ ਸਿੰਘ ਕੈਰਮੋ ਟਾਈਮ ਹੋਵੇ ਤੇ ਭਾਵੇਂ ਉਸ ਤੋਂ ਬਾਅਦ ਦਾ ਟਾਈਮ ਹੋਵੇ ਜੀ ਜੀ, ਜਦੋਂ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਂਦੀਆਂ, ਪਹਿਲਾਂ ਇਹ ਦੂਜੀ ਧਿਰ ਨੂੰ ਇਹ ਫੂਕ ਦੇ ਦਿੰਦੇ ਵੀ ਤੁਹਾਡੇ ਨਾਲ ਅਸੀਂ, ਲੇਕਿਨ ਜਦੋਂ ਚੋਣਾਂ ਆਉਂਦੀਆਂ 2 ਦਿਨ ਰਹਿੰਦੇ ਆ, ਮੁੜ ਕੇ ਕਾਂਗਰਸ ਸਪੋਰਟ ਬਾਦਲ ਦੀ ਕਰ ਦਿੰਦੇ। ਇਤਿਹਾਸ ਗਵਾਹ ਬੋਲ ਕੇ ਵੇਖ ਲਓ ਤੁਸੀਂ। ਇਸ ਕਰਕੇ ਕਾਂਗਰਸੀ ਜੇ ਕਹੀਏ ਨਾ ਵੀ ਇਹ ਭਾਈ ਬਰਾਬਰ ਦੇ ਦੋਸ਼ੀ ਦੇ ਭਾਈ ਦੇ ਬਣਾਉਣ ਦੇ ਵਿੱਚ ਇਹਨੇ ਕਾਹਦੀ ਗੱਲ ਵੀ ਦੋਸ਼ੀ ਨਹੀਂ ਹੈਗੇ। ਹਾਂਜੀ ਸਾਹਿਬ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਸਮਝ ਮੇਰੀ ਬੇਨਤੀ ਸੁਣੋ। ਮੈਂ ਜਾਇਦਾਰ ਜੀ ਨੂੰ ਕਹਿਣਾ ਚਾਹੁੰਦਾ ਹੈ, ਇੱਕ ਕਾਂਗਰਸ ਪਾਰਟੀ ਨੇ ਤੁਹਾਡੇ ਸਾਹਮਣੇ ਸਭਾ ਦੇ ਅੰਦਰ ਦੋਸ਼ੀ ਫੜ ਕੇ ਪਬਲਿਕ ਦੇ ਸਾਹਮਣੇ ਲੈ ਜਾਂਦੇ, ਪ੍ਰਕਿਰਿਆ ਚੱਲ ਰਹੀ ਆ, ਕਾਨੂੰਨ ਨੇ ਆਪਣੇ ਮੁਤਾਬਕ ਕੰਮ ਕਰਨਾ ਚਾਹੁੰਦਾ, ਕਿਉਂਕਿ ਪਿਛਲੇ ਅਕਾਲੀ ਦਲ ਨੇ ਜੋ ਸਿੱਖਾਂ ਦੀ ਹੱਤਿਆ ਜਿਹਦੀ ਸਰਕਾਰ ਦੇ ਸਮੇਂ 'ਚ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ, ਉਹਦੇ ਬਰਾਬਰ ਜੇ ਦੇਖਿਆ ਜਾਵੇ, ਮੈਂ ਸਮਝਦਾ ਕਾਂਗਰਸ ਦੋਸ਼ੀ ਨਹੀਂ, ਕਾਂਗਰਸ ਸਿੱਖਾਂ ਦੀ ਹਮਦਰਦ ਪਾਰਟੀ ਆ, ਜਿਹਨੇ 1.25 ਸਾਲ ਦੇ ਅੰਦਰ ਦੋਸ਼ੀਆਂ ਨੂੰ ਪਬਲਿਕ ਦੇ ਸਾਹਮਣੇ ਨੰਗਾ ਕੀਤਾ। ਸਵਾਲ ਜਾਂਚ ਚੱਲ ਰਹੀ ਹੈ। ਬਾਦਲ ਸਾਹਿਬ ਨੂੰ ਵੀ ਇੱਥੇ ਬੁਲਾਇਆ ਗਿਆ ਜਾਂਚ ਵਾਸਤੇ, ਸਰਦਾਰ ਸੁਖਬੀਰ ਸਿੰਘ ਨੂੰ ਵੀ ਬੁਲਾਇਆ ਗਿਆ, ਅਕਸ਼ੇ ਕੁਮਾਰ ਨੂੰ ਵੀ ਬੁਲਾਇਆ ਗਿਆ। ਧੀਰੇ ਸਭ ਸਹਿਜ ਪੱਕੇ ਤੋਂ ਮੀਠਾ ਹੋਏ। ਕਦੀ ਵੀ ਇੰਨੀ ਛੇਤੀ 1 ਸਾਲ ਦੇ ਅੰਦਰ ਜੇ ਉਹਨਾਂ ਨੇ 1.5 ਸਾਲ 'ਚ ਇੱਕ ਕਦਮ ਪੱਟਿਆ ਤਾਂ ਕਾਂਗਰਸ ਪਾਰਟੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਕੇਸ ਨੂੰ 99% ਸੋਲਿਡ ਕੀਤਾ ਗਿਆ। ਬਾਕੀ ਹੈ ਤਾਂ ਸਿਰਫ ਦੋਸ਼ੀਆਂ ਨੂੰ ਅੰਦਰ ਕਰਨਾ ਬਾਕੀ ਆ। ਮੈਂ ਇਹਨਾਂ ਦੀ ਸਰਦਾਰ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਕਾਂਗਰਸ ਦੋਸ਼ੀ ਆ। ਮੈਂ ਕਹਿੰਦਾ ਵੀ ਕਾਂਗਰਸ ਇੱਕ ਇਹੋ ਜਿਹੀ ਪਾਰਟੀ ਸਾਡੇ ਮਾਣ ਤੇ ਸਤਿਕਾਰ ਨੂੰ ਬਹਾਲ ਕਰ ਰਹੀ ਆ। ਠੀਕ ਹੈ ਜੀ। ਸਾਹਿਬ ਸਿੰਘ ਜੀ ਮੈਨੂੰ ਇਹ ਦੱਸ ਦਿਓ ਵੀ ਸਾਕਾ ਨੀਲਾ ਤਾਰਾ ਕਿਹਦੇ ਸਮੇਂ ਹੋਇਆ ਸੀ? ਮੈਨੂੰ ਇਹ ਦੱਸ ਦਿਓ। ਦਿੱਲੀ ਵਿੱਚ ਸਿੱਖਾਂ ਨਸਲ ਕੜੀ ਕਿਹਦੇ ਟਾਈਮ ਤੇ ਹੋਈ ਸੀ? ਮੈਨੂੰ ਇਹ ਦੱਸ ਦਿਓ ਪੰਜਾਬ ਦੇ ਵਿੱਚ ਕਰਮ ਚੁੱਕ ਕੇ ਮੁੰਡੇ ਮਾਰੇ ਵੀ ਕਿਹਦੇ ਟਾਈਮ ਤੇ ਹੋਏ ਸੀ? ਅਕਾਲੀ ਦਲ ਨੇ ਸਿਆਸੀ ਤੌਰ ਤੇ 84 ਦੇ ਦੰਗਿਆਂ ਦਾ ਲੱਖਾਂ ਵਾਰ ਲਾਹਾ ਲਿਆ। ਅੱਜ ਵੀ ਸੁਪਨੇ ਜੀ ਬਣਾਉਂਦੇ ਆ ਵੀ ਕਾਂਗਰਸ ਦੋਸ਼ੀ ਆ। ਅਕਾਲੀ ਦਲ ਦੀ ਪੀੜ੍ਹੀ ਥੱਲੇ ਨੱਕ ਦੇ ਥੱਲੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਆ। ਅਕਾਲੀ ਦਲ ਦੀ ਸਰਕਾਰ 'ਚ ਮਹਾਰਾਜ ਦੀ ਬੇਅਦਬੀ ਹੋ ਰਹੀ ਆ। ਅਕਾਲੀ ਦਲ ਦੇ ਲੀਡਰ, ਅਕਾਲੀ ਦਲ ਦਾ SGPC ਦੇ ਸਾਹਮਣੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਆ। ਇਹ ਸਿਰਫ ਇੱਥੋਂ ਤੱਕ ਜਾਂਚ ਨਹੀਂ ਕਰਾ ਸਕੇ ਜਿਨ੍ਹਾਂ ਨੇ ਪੰਥ ਦੇ ਨਾਂ ਤੇ 5 ਵਾਰ ਰਾਜ ਕੀਤਾ, ਜਿਨ੍ਹਾਂ ਨੇ ਪੰਥ ਦੇ ਨਾਂ ਤੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ। ਉਹਨਾਂ ਨੇ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ। ਕਾਂਗਰਸ ਇੱਕ ਧਰਮ ਨਿਰਪੇਖ ਪਾਰਟੀ ਆ ਜੀ, ਜਿੰਨੇ 1 ਸਾਲ ਚ ਲਿਆ ਕੇ ਮੈਂ ਫਿਰ ਦੁਬਾਰਾ ਚੌਰਾਉਣਾ ਚਾਹੁੰਦਾ, ਦੋਸ਼ੀਆਂ ਨੂੰ ਪਬਲਿਕ ਦੇ ਸਾਹਮਣੇ ਨੰਗਾ ਕੀਤਾ ਹੈ। ਤੁਸੀਂ ਵੇਖੋਗੇ ਆਉਣ ਵਾਲੇ ਚੰਦ ਮਹੀਨਿਆਂ 'ਚ ਸਾਰੇ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ। ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਅਤੇ ਮਹਾਰਾਜਾ ਕੈਪਟਨ
ਅਮਰਿੰਦਰ ਸਿੰਘ ਦੀ ਬਦੌਲਤ ਹੋਣਗੇ ਜੀ। ਹਰਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਟਕਸਾਲੀ ਜਿਹੜੇ ਅਕਾਲੀ ਲੀਡਰ ਸੀਗੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਆ, ਪਰ ਅਕਾਲੀ ਦਲ ਬਾਦਲ ਦਾ ਜਿਹੜਾ ਭਵਿੱਖ ਆ ਉਹ ਅਜੇ ਵੀ ਖਤਰੇ ਦੇ ਵਿੱਚ ਆ, ਕਿਉਂਕਿ SIT ਦੇ ਵੱਲੋਂ ਜੋ ਸੰਮਣ ਇਹਨਾਂ ਨੂੰ ਜਾਰੀ ਕੀਤੇ ਗਏ ਆ ਉਸ ਦੇ ਉੱਤੇ ਕੀ ਇਹ ਹਾਜ਼ਰ ਹੁੰਦੇ ਆ ਜਾਂ ਨਹੀਂ ਹੁੰਦੇ, ਜਾਂ ਕੀ ਗੱਲ ਨਿਕਲ ਕੇ ਆਉਂਦੀ ਆ, ਅਜੇ ਤੱਕ ਇਹਨਾਂ ਦੇ ਜਿੰਨੀਆਂ ਵੀ ਇਹ ਕੰਮ ਕਰ ਰਹੇ ਆ, ਗੱਲਾਂ ਕਰ ਰਹੇ ਆ, ਉਹ ਇਹਨਾਂ ਦੇ ਉੱਤੇ ਪੁੱਠੀਆਂ ਪੈ ਰਹੀਆਂ ਨੇ। ਤੇ ਮੈਨੂੰ ਲੱਗਦਾ ਆ ਕਿ ਜੇਕਰ ਇਸ ਦੇ ਵਿੱਚ ਵੀ ਕੁਝ ਹੋਰ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਅਕਾਲੀ ਦਲ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੱਕ ਵੱਡਾ ਖਤਰਾ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ, ਕਿਉਂਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚੋਂ ਵੀ ਵਾਕਆਊਟ ਕਰ ਦਿੱਤਾ ਸੀਗਾ, ਬਾਹਰ ਆ ਗਏ ਸੀਗੇ ਤੇ ਉਦੋਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲ ਜਵਾਬ ਨਹੀਂ ਸੀਗਾ ਕਿ ਕਿਉਂ ਬਾਹਰ ਆ ਗਏ ਆ। ਤੇ ਹੁਣ ਇਹਨਾਂ ਨੂੰ ਜਦੋਂ ਸੰਮਣ ਹੋਏ ਆ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਹਾਜ਼ਰ ਹੁੰਦੇ ਆ, ਜੇ ਹੁੰਦੇ ਆ ਤਾਂ ਕੀ ਗੱਲ ਕਰਦੇ ਆ, ਕੀ ਕਿਹਾ ਜਾਂਦਾ ਆ। ਤੇ ਦੂਸਰੀ ਗੱਲ ਇਹ ਆ ਕਿ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਵੀ ਇਲੈਕਸ਼ਨ ਆ, ਸੋ ਉਸ ਦੇ ਉੱਤੇ ਵੀ ਕਈ ਜਿਹੜੇ ਆ ਲੀਡਰ ਆ ਉਹ ਨਿਗਾਹ ਟਿਕਾ ਕੇ ਬੈਠੇ ਆ ਕਿ ਪ੍ਰਧਾਨਗੀ ਉਹਨਾਂ ਨੂੰ ਵੀ ਮਿਲ ਸਕਦੀ ਆ। ਤੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਆ ਉਹ ਸ਼ਾਇਦ ਅਕਾਲੀ ਦਲ ਦੇ ਵਿੱਚ ਬਗਾਵਤ ਹੋਰ ਵੱਧ ਵੀ ਸਕਦੀ ਆ, ਚਾਹੇ ਕਿ ਇਹਨਾਂ ਨੇ ਟਕਸਾਲੀ ਅਕਾਲੀ ਜਿਹੜੇ ਆ ਉਹਨਾਂ ਨੂੰ ਬਾਹਰ ਕੱਢ ਕੇ ਤੇ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਇਹਨਾਂ ਦੇ ਉੱਤੇ ਫਿਰ ਪੁੱਠੀ ਵੀ ਪੈ ਸਕਦੀ ਹੈ ਇਹ ਚੀਜ਼। ਠੀਕ ਹੈ ਜੀ, ਆਪਣੇ ਸਰਦਾਰ ਜਸਵੀਰ ਸਿੰਘ ਜੀ। ਸਾਹਿਬ ਮੈਂ ਤਾਂ ਕਹਿਣੀ ਚਾਹੁੰਦਾ। ਹਾਂਜੀ ਸਾਹਿਬ, ਅੱਜ ਕੀ ਲੋੜ ਸੀ, ਅੱਜ ਕੀ ਲੋੜ ਆ ਮੇਰੀ ਮੈਂ ਆਪਣੀ ਕੁਛ ਬੁੱਧੀ ਮੁਤਾਬਕ ਕਹਿਣਾ ਚਾਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਜੋ ਸਰਵਉੱਚਤਾ ਨੂੰ ਕਾਇਮ ਰੱਖਣਾ ਚਾਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ। ਅੱਜ ਪੰਥ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ, ਸਿਰਫ ਅਕਾਲ ਤਖਤ ਸਾਹਿਬ ਤੇ ਕਿਸੇ ਬੰਦੇ ਦੇ ਨਹੀਂ, ਕਿਸੇ ਪਾਰਟੀ ਦੇ ਸਾਹਮਣੇ ਨਹੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੀ ਗੁਰਮਰਿਆਦਾ ਨੂੰ ਕਾਇਮ ਰੱਖਦਿਆਂ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਤੋਂ ਤੇ ਪੰਥ ਤੋਂ ਇਹ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਜਾਣੇ ਅਣਜਾਣੇ ਮੇਰੇ ਤੋਂ ਕੋਈ ਗਲਤੀਆਂ ਹੋਈਆਂ ਤਾਂ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਮੈਨੂੰ ਮਾਫ ਕਰੇ। ਸਾਰੇ ਮਸਲੇ 2 ਮਿੰਟਾਂ 'ਚ ਹੱਲ ਹੋ ਸਕਦੇ ਆ, ਪਰ ਕਾਰਨ ਕੀ ਆ? ਇਹਨਾਂ ਦੀ ਸੋਚ ਜਿਹੜੀ ਆ ਪੰਥ ਨੂੰ ਤੋਂ ਉੱਚਾ ਬਣਦੀ ਆ, ਇਹਨਾਂ ਦੀ ਸੋਚ ਅਕਾਲ ਤਖਤ ਸਾਹਿਬ ਤੋਂ ਉੱਚਾ ਬਣਦੀ ਆ, ਜਿਹੜੀ ਇਹਨਾਂ ਨੂੰ ਪੰਥ ਤੋਂ ਦਿਨ ਪ੍ਰਤੀ ਦਿਨ ਦੂਰ ਲਈ ਜਾ ਰਹੀ ਆ। ਮੇਰੀ ਇਹ ਆਪਣੀ ਨਿੱਜੀ ਸੋਚ ਹੈ। ਤੇ ਜਸਵੀਰ ਸਿੰਘ ਜੀ, ਅਗਰ ਉਹ ਇਸ ਤਰ੍ਹਾਂ ਕਰਦੇ ਆ ਤੇ ਕੀ ਪੰਥ ਪ੍ਰਵਾਨ ਕਰੇਗਾ ਜਾਂ ਸੰਗਤ ਪ੍ਰਵਾਨ ਕਰੇਗੀ? ਜਗਨਦੀਪ ਜੀ, ਹਾਂਜੀ, ਮੈਂ ਉੱਥੇ ਫਿਰ ਖੜਾ ਵਾਂ। ਮੈਂ ਇਹ ਗੱਲ ਕਹਿਣਾ ਵੀ ਜਿਹੜੀ ਆ ਕਾਂਗਰਸ ਪਾਰਟੀ ਆ ਉਹਨੇ ਅਕਾਲ ਤਖਤ ਨੂੰ ਢਾਇਆ ਤੇ ਬਾਦਲ ਨੇ ਉਹਦੇ ਸਿਧਾਂਤ ਨੂੰ ਖਤਮ ਕੀਤਾ, ਉਹਦੀ ਮਰਿਆਦਾ ਭੰਗ ਕੀਤੀ, ਉਹਦੀਆਂ ਪਰੰਪਰਾਵਾਂ ਤੋੜੀਆਂ। ਬਰਾਬਰ ਦੇ ਦੋਸ਼ੀ ਨੇ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਇਹਨਾਂ ਨੇ ਮੇਰੀ ਗੱਲ ਸੁਣ, ਇਹਨਾਂ ਨੇ ਜੇ ਬਾਦਲ ਨੇ ਜਿਹੜਾ ਸਿੱਖਾਂ ਦਾ ਕਾਤਲ ਸੀਗਾ ਆਲਮ ਜਿਹੜਾ ਸੀ ਕਾਲਮ SSP ਦਾ DGP ਰਿਟਾਇਰ ਹੋਇਆ, ਉਹਨੂੰ ਉਹਨੇ ਸੀਨੀਅਰ ਮੀਤ ਪ੍ਰਮਾਨ ਅਕਾਲੀ ਦਲ ਬਣਾਇਆ ਤੇ ਉਹਨੂੰ ਟਿਕਟ ਦਿੱਤੀ। ਤੇ ਸੇਵਾ ਸਿੰਘ ਸੇਖਰਾ ਇਹ ਲਾਈਨ ਤੇ ਪੁੱਛ ਲਓ, ਇਹਨਾਂ ਨੇ ਮੇਰੀ ਸੁਣੋ, ਇਹਨਾਂ ਦੇ ਰੌਲਾ ਪਾਉਣ ਦੇ ਉੱਤੇ ਮੁਲਕ ਦੀ ਕਹਾਣੀ ਟਿਕਟ ਦਿੱਤੀ ਗਈ। ਹੁਣ ਅਗਲੀ ਗੱਲ ਸੁਣ ਲਓ ਕਿ ਜੇ ਇਹਨਾਂ ਨੇ ਕੀਤਾ ਜਿਹੜਾ ਸਾਡਾ ਸਿੱਖਾਂ ਦਾ ਕਾਤਲ ਸੀਗਾ KPS ਗੇਲ ਜਾ ਕੇ ਕੈਪਟਨ ਸਾਹਿਬ ਨੇ ਜਾ ਕੇ ਉਹਦੇ ਭੋਗ ਤੇ ਵੀ ਗਏ, ਉਹਨੂੰ ਜਾ ਕੇ ਗੱਡੀਆਂ ਹੋਈਆਂ ਗਈਆਂ ਤੇ ਪੰਜਾਬ ਦੇ ਵਿੱਚ ਕੈਪਟਨ ਸਿਟੀ ਚ ਖੜ ਕੇ ਉਹਨੂੰ ਦਿੱਤੀ ਗਈ ਉੱਤੇ, ਤੇ ਬਰਾਬਰ ਦੇ ਦੋਸ਼ੀ ਨਹੀਂ। ਸਾਹਿਬ ਕੀ ਕਹਿਣਾ ਚਾਹੋਗੇ ਜੀ ਸਾਹਿਬ ਸਿੰਘ ਜੀ? ਸਰ, ਕਾਂਗਰਸ ਪਾਰਟੀ ਨੇ ਜੇ 84 ਦੀ ਗੱਲ ਕਰਦੇ ਆ ਤੇ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਇੱਕ ਸਰਦਾਰ ਨੂੰ 2 ਵਾਰ ਪ੍ਰਧਾਨ ਮੰਤਰੀ ਬਣਾਇਆ। ਸਾਹਿਬ ਮੇਰੀ ਗੱਲ ਸੁਣੋ, ਕਾਂਗਰਸ ਪਾਰਟੀ ਨੇ ਅਕਾਲ ਤਖਤ ਸਾਹਿਬ ਤੇ ਰਾਹੁਲ ਗਾਂਧੀ ਜੀ ਨੇ ਆਣ ਕੇ ਮਾਫੀ ਮੰਗੀ। ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੇ ਭੁੱਲ ਨਹੀਂ ਬਖਸ਼ਾ ਸਕਦਾ? ਕਾਂਗਰਸ ਪਾਰਟੀ ਨੇ ਸੰਸਦ 'ਚ ਮਾਫੀ ਮੰਗੀ, ਕਾਂਗਰਸ ਪਾਰਟੀ ਦੇ ਹਰ ਨੇਤਾ ਨੇ ਮਾਫੀ ਮੰਗੀ, ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਏਡਾ ਵੱਡੇ ਰੁਤਬੇ ਦਿੱਤੇ, ਆਪਦੀ ਪਾਰਟੀ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ। ਅੱਜ ਠੀਕ ਹੈ ਜੀ, ਸਰਦਾਰ ਹਰਿੰਦਰ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਜਿਹੜੀ ਆ ਉਹ ਬਿਲਕੁਲ ਦਰੁਸਤ ਆ ਕਿ ਵਾਕਿਆ ਹੀ ਜੋ ਕੁਝ ਇਹਨਾਂ ਦੇ ਰਾਜ ਦੇ ਵਿੱਚ ਹੋਇਆ ਆ ਉਸ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਮੰਨ ਲੈਣਾ ਚਾਹੀਦਾ। ਜਦੋਂ ਸਰਕਾਰ ਕੋਈ ਚਲਾਉਂਦਾ ਵਾ, ਕੋਈ ਵੀ ਪਾਰਟੀ ਜਿਹੜੀ ਆ ਉਹ ਸਰਕਾਰ ਦੇ ਵਿੱਚ ਹੁੰਦੀ ਆ ਤਾਂ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਆ ਉਹ ਹੋ ਜਾਂਦੀਆਂ ਨੇ, ਪਰ ਇਹ ਨਹੀਂ ਕਿ ਤੁਸੀਂ ਜਦੋਂ ਹੁਣ ਉਹ ਗਲਤੀਆਂ ਤੁਹਾਡੇ ਰਾਜ ਦੇ ਵਿੱਚ ਹੋਈਆਂ ਨੇ ਤੁਸੀਂ ਦੋਸ਼ੀ ਨਹੀਂ ਫੜ ਸਕੇ, ਜਾਂ ਬਰਗਾੜੀ ਦੇ ਵਿੱਚ ਜਿਹੜਾ ਰੋਸ ਧਰਨਾ ਚੱਲ ਰਿਹਾ ਜੇ ਉਹਨਾਂ ਨੂੰ ਤੁਸੀਂ
ਅੱਤਵਾਦੀ ਕਹੀ ਜਾਓ ਜਾਂ ਕਈ ਹੋਰ ਤਰ੍ਹਾਂ ਦੇ ਸ਼ਬਦ ਜਿਹੜੇ ਉਹ ਵਰਤੋ ਜਾਂ ISI ਦਾ ਕਹੋ ਕਿ ਉਹਨਾਂ ਦੀ ਸਪੋਰਟ ਦੇ ਉੱਤੇ ਚੱਲ ਰਿਹਾ ਆ, ਤਾਂ ਇਹ ਸ਼ਾਇਦ ਤੁਸੀਂ ਜੋ ਕੁਝ ਪਿੱਛੇ ਕੀਤਾ ਆ ਉਸ ਚੀਜ਼ ਤੋਂ ਆਪਣੇ ਆਪ ਨੂੰ ਬੜਾ ਦੁੱਧ ਧੋਤਾ ਜਿਹੜਾ ਸਾਬਿਤ ਆ ਉਹ ਕਰਨਾ ਚਾਹੁੰਦੇ ਜੇ। ਪਰ ਕਿਤੇ ਨਾ ਕਿਤੇ ਮਾਫੀ ਵਾਲੀ ਗੱਲ ਜਿਹੜੀ ਆ ਉਹ ਵੀ ਠੀਕ ਆ ਕਿ ਜੇਕਰ ਇਹਨਾਂ ਦੇ ਰਾਜ ਦੇ ਵਿੱਚ ਇਹ ਕੁਝ ਹੋਇਆ ਤੇ ਇਹਨਾਂ ਨੂੰ ਇਸ ਚੀਜ਼ ਦਾ ਮੰਨ ਲੈਣਾ ਚਾਹੀਦਾ ਸੀਗਾ ਕਿ ਸਾਡੇ ਕੋਲੋਂ ਗਲਤੀ ਹੋਈ, ਅਸੀਂ ਦੋਸ਼ੀ ਨਹੀਂ ਫੜ ਸਕੇ। ਠੀਕ ਹੈ ਪਰ ਜੀ, ਸ਼ਾਇਦ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਆ, ਜਾਂ RSS ਦੇ ਨਾਲ ਜੁੜ ਕੇ ਜਾਂ BJP ਦੇ ਨਾਲ ਜੁੜ ਕੇ ਉਹ ਨਹੀਂ ਇਹਨਾਂ ਨੂੰ ਇਹ ਕਰਨ ਦਿੰਦੇ, ਜਾਂ ਕੀ ਇਹ ਸੋਚ ਰਹੇ ਆ, ਜਾਂ ਹੰਕਾਰ ਹੀ ਇੰਨਾ ਆ ਗਿਆ ਆ ਜੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਹਰਿੰਦਰ ਸਿੰਘ ਜੀ ਤੇ ਸਰਦਾਰ ਜਸਵੀਰ ਸਿੰਘ ਜੀ ਤੇ ਸਰਦਾਰ ਸਾਹਿਬ ਸਿੰਘ ਜੀ ਤੇ ਸਰਦਾਰ ਸੇਵਾ ਸਿੰਘ ਸੇਖਵਾਂ, ਇਹ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਮੁੱਦੇ ਜਿਹੜੇ ਨੇ ਇਹ ਇਸੇ ਤਰ੍ਹਾਂ ਵਿਚਾਰਾਂ ਚੱਲਦੀਆਂ ਰਹਿਣਗੀਆਂ ਔਰ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਇਹੋ ਜਿਹੇ ਮੁੱਦੇ ਉਠਾਉਂਦਾ ਰਹੇਗਾ ਔਰ ਇਹ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ ਕਿ ਅਸਲ ਮਾਮਲੇ ਜਿਹੜੇ ਉਹ ਕੀ ਹਨ। ਤੁਸੀਂ ਵੇਖਦੇ ਰਹੋ ਪ੍ਰੋਗਰਾਮ ਬਿਹਾਈਂਡ ਦਾ ਹੈਡਲਾਈਨਸ ਔਰ ਵੇਖਦੇ ਰਹੋ ਸਿੱਖ ਚੈਨਲ। ਸਭ ਦਾ ਧੰਨਵਾਦ ਹੈ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।